ਅੱਜ ਅਸੀਂ ਡੇਰਿਆਂ ਦਾ ਪਰਬ ਮਨਾ ਰਹੇ ਹਾਂ ਜੋ ਪਤਝੜ ਦੇ ਪਰਵਾਂ ਵਿੱਚੋਂ ਇੱਕ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਸ ਡੇਰਿਆਂ ਦੇ ਪਰਬ ਦੇ ਦੁਆਰਾ ਅਸੀਂ ਪਿਤਾ ਜੀ ਅਤੇ ਮਾਤਾ ਜੀ ਦੁਆਰਾ ਦਿੱਤੀ ਗਈ ਪਿਛਲੀ ਬਰਸਾਤ ਦੇ ਪਵਿੱਤਰ ਆਤਮਾ ਦੀ ਆਸ਼ੀਸ਼ ਨੂੰ ਪ੍ਰਾਪਤ ਕਰਾਂਗੇ ਅਤੇ ਬਹੁਤ ਮਾਤਰਾ ਵਿੱਚ ਚੰਗੇ ਫਲ ਅਤੇ ਖੁਸ਼ਖਬਰੀ ਸੇਵਕਾਂ ਦੇ ਫਲ ਵੀ ਪੈਦਾ ਕਰਾਂਗੇ। ਹਰ ਸਾਲ ਇਸ ਸਮੇਂ ਦੇ ਦੌਰਾਨ ਅਸੀਂ ਡੇਰਿਆਂ ਦੇ ਪਰਬ ਦੇ ਅਰਥ ਦੇ ਬਾਰੇ ਬਹੁਤ ਕੁਝ ਸਿੱਖਦੇ ਹਾਂ। ਡੇਰਿਆਂ ਦੇ ਪਰਬ ਵਿੱਚ ਮੰਦਿਰ ਦੇ ਨਿਰਮਾਣ ਦਾ ਅਰਥ ਸ਼ਾਮਿਲ ਹੈ। ਇਹ ਉਹ ਸਥਾਨ ਹੈ ਜਿੱਥੇ ਪਰਮੇਸ਼ਰ ਦੁਆਰਾ ਦਿੱਤੀ ਗਈ ਪੱਥਰ ਦੀਆਂ ਦੋ ਫੱਟੀਆਂ ਜਿਸ ਵਿੱਚ 10 ਹੁਕਮ ਲਿਖੇ ਹੋਏ ਸੀ ਸਥਾਈ ਰੂਪ ਤੋਂ ਰੱਖੀ ਗਈ ਹੈ। ਆਤਮਿਕ ਦ੍ਰਿਸ਼ਟੀਕੋਣ ਨਾਲ ਸਾਡਾ ਸਰੀਰ ਮਸੀਹ ਦਾ ਮੰਦਿਰ ਹੈ। ਇਸ ਤੋਂ ਇਲਾਵਾ ਯਿਸੂ ਮਸੀਹ ਨੇ ਕਿਹਾ ਕਿ ਉਹ ਮੰਦਿਰ ਹੈ। ਇਸ ਲਈ ਡੇਰਿਆਂ ਦੇ ਪਰਬ ਵਿੱਚ ਮੰਦਿਰ ਦੀ ਸਮੱਗਰੀ ਤੋਂ ਦਰਸਾਏ ਗਏ ਸਾਡੇ ਗੁਆਚੇ ਹੋਏ ਭਰਾਵਾਂ ਤੇ ਭੈਣਾਂ ਨੂੰ ਲੱਭਣ ਅਤੇ ਉਹਨਾਂ ਨੂੰ ਜਲਦੀ ਇਕੱਠਾ ਕਰਨ ਦਾ ਆਤਮਿਕ ਅਰਥ ਸ਼ਾਮਿਲ ਹੈ। ਇਹ ਉਹ ਪਰਬ ਹੈ ਜਦੋਂ ਪਰਮੇਸ਼ਰ ਸਾਨੂੰ ਪਿਛਲੀ ਬਰਸਾਤ ਦੇ ਪਵਿੱਤਰ ਆਤਮਾ ਦੀ ਆਸ਼ੀਸ਼ ਬਹੁਤ ਮਾਤਰਾ ਵਿੱਚ ਦਿੰਦੇ ਹਨ। ਜਦੋਂ ਅਸੀਂ ਕਈ ਭਵਿੱਖਬਾਣੀਆਂ ਅਨੁਸਾਰ ਘਟਨਾਵਾਂ ਨੂੰ ਹੁੰਦੇ ਹੋਏ ਦੇਖਦੇ ਹਾਂ, ਫਿਰ ਕੀ ਅਸੀਂ ਇਹ ਮਹਿਸੂਸ ਨਹੀਂ ਕਰ ਸਕਦੇ ਕਿ ਸਵਰਗ ਦਾ ਰਾਜ ਨੇੜੇ ਹੈ? ਜੇਕਰ ਸਾਡੇ ਕੋਲ ਹੁਣ ਵੀ ਅਜਿਹੇ ਪਰਿਵਾਰਕ ਮੈਂਬਰ, ਦੋਸਤ ਅਤੇ ਜਾਣਕਾਰ ਹਨ ਜਿਨ੍ਹਾਂ ਨੂੰ ਅਸੀਂ ਹੁਣ ਤੱਕ ਪ੍ਰਚਾਰ ਨਹੀਂ ਕੀਤਾ, ਫਿਰ ਸਾਨੂੰ ਉਹਨਾਂ ਨੂੰ ਪਰਮੇਸ਼ਰ ਦੀ ਖੁਸ਼ਖਬਰੀ ਸੁਣਾਉਣ ਦੀ ਬਿਹਤਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਾਲ ਹੀ ਵਿੱਚ ਪਿਛਲੇ ਸਮੇਂ ਦੇ ਉਲਟ ਮੈਨੂੰ ਹਰ ਦਿਨ ਚੰਗੀ ਖਬਰ ਮਿਲੀ ਕਿ ਹੁਣ ਬਹੁਤ ਸਾਰੇ ਲੋਕਾਂ ਦੇ ਕੰਨ ਸੁਣਨ ਲਈ ਖੋਲ੍ਹੇ ਗਏ ਹਨ। ਅਜਿਹਾ ਇਸ ਲਈ ਹੋ ਸਕਿਆ ਕਿਉਂਕਿ ਅਸੀਂ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚਕਾਰ ਹਾਂ। ਅਜਿਹਾ ਪੂਰੀ ਦੁਨੀਆ ਵਿੱਚ ਹੋ ਰਿਹਾ ਹੈ, ਭਾਵੇਂ ਇੱਥੇ ਹੋਵੇ ਜਾਂ ਵਿਦੇਸ਼ ਵਿੱਚ। ਜਦੋਂ ਤੱਕ ਸਾਡੇ ਕੋਲ ਖੁਸ਼ਖਬਰੀ ਪ੍ਰਚਾਰ ਕਰਨ ਲਈ ਇੱਕ ਇੱਛੁਕ ਮਨ ਹੈ, ਪਰਮੇਸ਼ਰ ਹਮੇਸ਼ਾ ਰਾਹ ਖੋਲ੍ਹਦੇ ਹਨ। ਇਸ ਲਈ ਪਹਿਲਾਂ ਸਾਡੇ ਕੋਲ ਅਜਿਹਾ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ। ਜੇਕਰ ਅਸੀਂ ਨਕਾਰਾਤਮਕਤਾ ਨਾਲ ਸੋਚੀਏ, ਉਹ ਨਹੀਂ ਸੁਣਨਗੇ ਕਿਉਂਕਿ ਅਸੀਂ ਮਹਾਮਾਰੀ ਦੇ ਸਮੇਂ ਵਿੱਚ ਹਾਂ। ਫਿਰ ਭਾਵੇਂ ਅਸੀਂ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕਰੀਏ, ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਪਾਵਾਂਗੇ। ਪਰ ਜੇਕਰ ਸਾਡੇ ਕੋਲ ਅਜਿਹਾ ਸੋਚਣ ਲਈ ਸਹੀ ਮਾਨਸਿਕਤਾ ਅਤੇ ਵਿਸ਼ਵਾਸ ਹੈ ਕਿ ਹਾਲਾਂਕਿ ਮਹਾਮਾਰੀ ਦਾ ਸਮਾਂ ਹੈ, ਮੈਂ ਇੱਕ ਹੋਰ ਆਤਮਾ ਦੀ ਸਵਰਗ ਵੱਲ ਅਗਵਾਈ ਕਰਾਂਗਾ, ਫਿਰ ਪਰਮੇਸ਼ਰ ਸਾਡੇ ਪਰਿਵਾਰਕ ਮੈਂਬਰਾਂ, ਜਾਣਕਾਰਾਂ ਅਤੇ ਦੋਸਤਾਂ ਦੀ ਸੱਚਾਈ ਵਿੱਚ ਅਗਵਾਈ ਕਰਨਗੇ ਜਿਨ੍ਹਾਂ ਨੇ ਸੱਚਾਈ ਨੂੰ ਅਸਵੀਕਾਰ ਕੀਤਾ ਸੀ ਜਾਂ ਸਹੀ ਤਰੀਕੇ ਨਾਲ ਉਸ ਨੂੰ ਨਹੀਂ ਸਮਝਿਆ ਸੀ। ਮੈਂ ਬਹੁਤ ਸਾਰੀ ਚੰਗੀ ਖੁਸ਼ਖਬਰੀ ਸੁਣ ਰਿਹਾ ਹਾਂ ਕਿ ਹੁਣ ਅਸਲ ਵਿੱਚ ਅਜਿਹਾ ਹੋ ਰਿਹਾ ਹੈ। ਹਾਲਾਂਕਿ ਅਸੀਂ ਡੇਰਿਆਂ ਦੇ ਪਰਬ ਦੇ ਸਬੰਧ ਵਿੱਚ ਬਾਈਬਲ ਦੀਆਂ ਸਿੱਖਿਆਵਾਂ ਨੂੰ ਜਾਣਦੇ ਹਾਂ, ਆਓ ਅੱਜ ਇੱਕ ਵਾਰ ਫਿਰ ਉਹਨਾਂ ਉੱਤੇ ਵਿਚਾਰ ਕਰਨ ਦਾ ਕੁਝ ਸਮਾਂ ਲਈਏ। ਆਓ ਅਸੀਂ ਲੇਵੀਆਂ ਦੀ ਪੋਥੀ ਅਧਿਆਇ 23 ਵਚਨ 33 ਵਿੱਚ ਪਰਮੇਸ਼ਰ ਦੇ ਵਚਨ ਨੂੰ ਦੇਖੀਏ। ਤਾਂ ਯਹੋਵਾ ਮੂਸਾ ਨਾਲ ਬੋਲਿਆ ਕਿ ਇਜ਼ਰਾਈਲੀਆਂ ਨੂੰ ਬੋਲ ਕਿ ਇਸੇ 7ਵੇਂ ਮਹੀਨੇ ਦੀ 15ਵੀਂ ਮਿਤੀ ਨੂੰ ਯਹੋਵਾ ਦੇ ਅੱਗੇ 7 ਦਿਨ ਤੋੜੀ ਡੇਰਿਆਂ ਦਾ ਪਰਬ ਹੋਵੇ। ਪਵਿੱਤਰ ਕੈਲੰਡਰ ਦੇ ਅਨੁਸਾਰ ਅੱਜ 7ਵੇਂ ਮਹੀਨੇ ਦੀ 15ਵੀਂ ਮਿਤੀ ਡੇਰਿਆਂ ਦਾ ਪਰਬ ਹੈ। ਉਸ 7ਵੇਂ ਮਹੀਨੇ ਦੀ 15ਵੀਂ ਮਿਤੀ ਤੋਂ 7 ਦਿਨਾਂ ਤੱਕ ਯਹੋਵਾ ਲਈ ਡੇਰਿਆਂ ਦਾ ਪਰਬ ਹੋਵੇ। ਪਹਿਲੇ ਦਿਨ ਨੂੰ ਪਵਿੱਤਰ ਮੇਲਾ ਹੋਵੇ। ਤੁਸੀਂ ਉਸ ਦੇ ਵਿੱਚ ਕੋਈ ਕੰਮ ਧੰਦਾ ਨਾ ਕਰਨਾ। 7 ਦਿਨ ਤੋੜੀ ਤੁਸੀਂ ਯਹੋਵਾ ਦੇ ਅੱਗੇ ਇੱਕ ਅੱਗ ਦੀ ਭੇਂਟ ਚੜਾਉਣੀ। 8ਵੇਂ ਦਿਨ ਤੁਹਾਡੇ ਲਈ ਪਵਿੱਤਰ ਮੇਲਾ ਹੋਵੇ ਅਤੇ ਤੁਸੀਂ ਯਹੋਵਾ ਦੇ ਅੱਗੇ ਇੱਕ ਅੱਗ ਦੀ ਭੇਂਟ ਚੜਾਉਣੀ। ਇਹ ਇੱਕ ਖਾਸ ਮੇਲੇ ਦਾ ਦਿਨ ਹੈ। ਤੁਸੀਂ ਉਸ ਦੇ ਵਿੱਚ ਕੋਈ ਕੰਮ ਧੰਦਾ ਨਾ ਕਰਨਾ। ਜਿਵੇਂ ਕਿ ਪਰਮੇਸ਼ਰ ਦੀ ਲੇਵੀਆਂ ਦੀ ਪੋਥੀ ਅਧਿਆਇ 23 ਵਚਨ 24 ਵਿੱਚ ਵਿਆਖਿਆ ਕੀਤੀ, ਪਵਿੱਤਰ ਕੈਲੰਡਰ ਦੇ ਅਨੁਸਾਰ ਅੱਜ 7ਵੇਂ ਮਹੀਨੇ ਦੀ 15ਵੀਂ ਮਿਤੀ ਮਤਲਬ ਡੇਰਿਆਂ ਦਾ ਪਰਬ ਹੈ। ਅੱਜ ਤੋਂ ਸ਼ੁਰੂ ਕਰਕੇ ਅਸੀਂ 7 ਦਿਨਾਂ ਤੱਕ ਪਰਮੇਸ਼ਰ ਸਾਹਮਣੇ ਡੇਰਿਆਂ ਦੇ ਇਸ ਪਵਿੱਤਰ ਪਰਬ ਨੂੰ ਮਨਾਉਣ ਲਈ ਆਉਂਦੇ ਹਾਂ। ਆਓ ਅਸੀਂ ਵਚਨ 39 ਉੱਤੇ ਜਾਈਏ। ਵਚਨ 39, 7ਵੇਂ ਮਹੀਨੇ ਦੀ 15ਵੀਂ ਮਿਤੀ ਨੂੰ ਜਿਸ ਵੇਲੇ ਤੁਸੀਂ ਦੇਸ਼ ਦੇ ਫਲ ਨੂੰ ਇਕੱਠਾ ਕਰੋ ਤਾਂ ਤੁਸੀਂ ਯਹੋਵਾ ਦੇ ਅੱਗੇ 7 ਦਿਨ ਤੋੜੀ ਇੱਕ ਪਰਬ ਰੱਖਣਾ। ਪਹਿਲਾ ਦਿਨ ਸਬਤ ਅਤੇ 8ਵੇਂ ਦਿਨ ਵੀ ਸਬਤ ਹੋਵੇ ਅਤੇ ਤੁਸੀਂ ਪਹਿਲੇ ਦਿਨ ਸੋਨੇ ਬ੍ਰਿਕਸ਼ਾਂ ਦੀਆਂ ਟਾਹਣੀਆਂ ਨੂੰ ਅਰਥਾਤ ਖਜੂਰ ਦੀਆਂ ਟਾਹਣੀਆਂ ਤੇ ਮੋਟੇ ਬ੍ਰਿਕਸ਼ਾਂ ਦੀਆਂ ਟਾਹਣੀਆਂ ਅਤੇ ਨਦੀ ਦਾ ਬੇਦ ਮਜਨੂ ਲੈਣਾ ਅਤੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ 7 ਦਿਨ ਤੋੜੀ ਆਨੰਦ ਖੁਸ਼ੀ ਕਰਨੀ। ਵਰੇ ਵਿੱਚ 7 ਦਿਨ ਤੋੜੀ ਤੁਸੀਂ ਇਸ ਦਾ ਯਹੋਵਾ ਦੇ ਅੱਗੇ ਪਰਬ ਕਰਨਾ। ਇਹ ਤੁਹਾਡੀਆਂ ਪੀੜ੍ਹੀਆਂ ਵਿੱਚ ਇੱਕ ਸਦਾ ਦੀ ਵਿਧੀ ਠਹਿਰੇ। ਤੁਸੀਂ 7ਵੇਂ ਦਿਨ ਵਿੱਚ ਇਸ ਨੂੰ ਰੱਖਣਾ।
ਉਹਨਾਂ ਨੇ ਸੋਨੇ ਬ੍ਰਿਕਸ਼ਾਂ ਦੀਆਂ ਟਾਹਣੀਆਂ ਅਤੇ ਖਜੂਰ ਦੀਆਂ ਟਾਹਣੀਆਂ ਅਤੇ ਮੋਟੇ ਬ੍ਰਿਕਸ਼ਾਂ ਦੀਆਂ ਟਾਹਣੀਆਂ ਅਤੇ ਨਦੀ ਦਾ ਬੇਦ ਮਜਨੂ ਲੈ ਕੇ ਮੰਦਿਰ ਦੇ ਵਿਹੜੇ ਅਤੇ ਛੱਤ ਉੱਤੇ ਰੱਖੀਆਂ। ਡੇਰਿਆਂ ਦਾ ਪਰਵ ਉਹ ਪਰਵ ਹੈ ਜਦੋਂ ਉਹਨਾਂ ਨੇ ਇਸ ਤਰ੍ਹਾਂ ਡੇਰੇ ਬਣਾਏ ਅਤੇ 7 ਦਿਨ ਤੱਕ ਪਰਮੇਸ਼ਰ ਸਾਹਮਣੇ ਖੁਸ਼ੀ ਕੀਤੀ। ਪਰਮੇਸ਼ਰ ਸਾਨੂੰ ਪਵਿੱਤਰ ਮੇਲਾ ਆਯੋਜਿਤ ਕਰਕੇ ਇਸ ਪਰਵ ਨੂੰ ਮਨਾਉਣ ਲਈ ਕਹਿੰਦੇ ਹਨ। ਆਓ ਅਸੀਂ ਕੂਚ ਦੀ ਪੁਸਤਕ ਅਧਿਆਇ 35 ਵਚਨ 4 ਦੇਖੀਏ। 7ਵੇਂ ਮਹੀਨੇ ਦੇ 10ਵੇਂ ਦਿਨ ਮਤਲਬ ਪ੍ਰਾਸ਼ਚਿਤ ਦੇ ਦਿਨ ਮੂਸਾ ਪੱਥਰ ਦੀਆਂ 2 ਫੱਟੀਆਂ ਨੂੰ ਲੈ ਕੇ ਜਿਸ ਵਿੱਚ 10 ਹੁਕਮ ਲਿਖੇ ਹੋਏ ਸੀ ਪਹਾੜ ਤੋਂ ਹੇਠਾਂ ਉਤਰਿਆ ਅਤੇ ਇਜ਼ਰਾਈਲੀਆਂ ਨੂੰ ਪਰਮੇਸ਼ਰ ਦੀ ਇੱਛਾ ਦੱਸੀ। ਉਸਨੇ ਇਹ ਐਲਾਨ ਕੀਤਾ ਕਿ ਉਹਨਾਂ ਨੂੰ ਮੰਦਿਰ ਦਾ ਨਿਰਮਾਣ ਕਰਨਾ ਹੋਵੇਗਾ ਜਿਸ ਵਿੱਚ ਉਹ ਪੱਥਰ ਦੀਆਂ ਫੱਟੀਆਂ ਨੂੰ ਰੱਖਣਗੇ ਅਤੇ ਪਰਮੇਸ਼ਰ ਦੀ ਸੇਵਾ ਕਰਨਗੇ। ਇਸ ਦੇ ਜਵਾਬ ਵਿੱਚ ਇਜ਼ਰਾਈਲੀਆਂ ਨੇ ਪਰਮੇਸ਼ਰ ਨੂੰ ਵੱਡੀ ਮਾਤਰਾ ਵਿੱਚ ਭੇਂਟਾਂ ਚੜਾਈਆਂ ਤਾਂ ਜੋ ਉਹਨਾਂ ਦੀ ਮੰਦਿਰ ਦੇ ਨਿਰਮਾਣ ਦੀਆਂ ਸਮੱਗਰੀਆਂ ਦੇ ਰੂਪ ਵਿੱਚ ਵਰਤੋਂ ਕੀਤੀ ਜਾ ਸਕੇ। ਆਓ ਅਸੀਂ ਕੂਚ ਅਧਿਆਇ 35 ਵਚਨ 4 ਨੂੰ ਦੇਖੀਏ। ਅਧਿਆਇ 35 ਵਚਨ 4 ਮੂਸਾ ਨੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੂੰ ਆਖਿਆ ਕਿ ਜਿਹੜੀ ਗੱਲ ਦਾ ਯਹੋਵਾ ਨੇ ਹੁਕਮ ਦਿੱਤਾ ਹੈ ਉਹ ਇਹ ਹੈ, ਤੁਸੀਂ ਆਪਣਿਆਂ ਵਿੱਚੋਂ ਯਹੋਵਾ ਦੀ ਭੇਟ ਲਿਓ, ਜਿਹਦੇ ਮਨ ਦੀ ਭਾਉਣੀ ਹੋਵੇ ਉਹ ਯਹੋਵਾ ਲਈ ਭੇਟ ਲਿਆਵੇ। ਸੋਨਾ, ਚਾਂਦੀ, ਪਿੱਤਲ, ਅਰਨੀਲੇ, ਬੈਂਗਣੀ, ਕਿਰਮਚੀ, ਮਹੀਨ ਕਤਾਨ ਅਤੇ ਪਸ਼ਮ, ਅਰ ਛਰਤੀਆਂ ਦੀਆਂ ਲਾਲ ਰੰਗੀਆਂ ਹੋਈਆਂ ਖਾਲਾਂ, ਅਰ ਬੱਕਰਿਆਂ ਦੀਆਂ ਖਾਲਾਂ, ਅਰ ਸਟੀਮ ਦੀ ਲੱਕੜੀ, ਅਰ ਦੀਵੇ ਦਾ ਤੇਲ, ਅਰ ਮਸਾਹ ਕਰਨ ਦੇ ਤੇਲ ਦਾ ਅਤੇ ਸੁਗੰਧੀ ਧੂਪ ਦਾ ਮਸਾਲਾ, ਸੁਲੇਮਾਨੀ ਪੱਥਰ ਅਤੇ ਐਫੋਦ, ਅਰ ਸੀਨੇ ਬੰਦ ਵਿੱਚ ਜੜਨ ਲਈ ਨਗ। ਇਸ ਤਰ੍ਹਾਂ ਮੂਸਾ ਨੇ ਪਰਮੇਸ਼ਰ ਦੀ ਇੱਛਾ ਲੋਕਾਂ ਨੂੰ ਸੁਣਾਈ ਅਤੇ ਲੋਕਾਂ ਨੂੰ ਉਹਨਾਂ ਦੇ ਦੁਆਰਾ ਕੀਤੇ ਗਏ ਸਭ ਪਾਪਾਂ ਅਤੇ ਅਪਰਾਧਾਂ ਲਈ ਮਾਫ ਕਰ ਦਿੱਤਾ ਗਿਆ। ਉਸ ਸਮੇਂ ਤੋਂ ਉਹ ਖੁਸ਼ੀ ਨਾਲ ਪਰਮੇਸ਼ਰ ਦੇ ਮੰਦਿਰ ਦਾ ਨਿਰਮਾਣ ਕਰਨ ਲਈ ਸਮੱਗਰੀਆਂ ਲੈ ਆਏ। ਇੱਥੇ ਵਚਨ 5 ਪਰਮੇਸ਼ਰ ਨੂੰ ਪਵਿੱਤਰ ਭੇਂਟ ਚੜਾਉਣ ਦੇ ਵਿਸ਼ੇ ਵਿੱਚ ਇਹ ਕਹਿੰਦਾ ਹੈ, ਪਰਮੇਸ਼ਰ ਨੇ ਹੁਕਮ ਦਿੱਤਾ ਸੀ ਕਿ ਜਿਹੜੇ ਆਪਣੀ ਇੱਛਾ ਤੋਂ ਦੇਣਾ ਚਾਹੁੰਦੇ ਹਨ ਉਹ ਯਹੋਵਾ ਦੀ ਭੇਂਟ ਕਰਕੇ ਇਹ ਵਸਤੂਆਂ ਲੈ ਆਉਣ। ਇਸ ਕਾਰਨ ਲੋਕਾਂ ਨੇ ਪਰਮੇਸ਼ਰ ਨੂੰ ਬਹੁਤ ਸਾਰੀਆਂ ਭੇਂਟਾਂ ਨੂੰ ਚੜਾਇਆ। ਲੋਕ ਜੋ ਭੇਂਟਾਂ ਲੈ ਕੇ ਆਏ ਉਹ ਸੀ ਜਿਨ੍ਹਾਂ ਨੂੰ ਖੁਸ਼ੀ ਹੋਈ ਅਤੇ ਜਿਨ੍ਹਾਂ ਦੇ ਮਨ ਪ੍ਰੇਰਿਤ ਹੋਏ। ਇਸ ਤਰ੍ਹਾਂ ਦੇ ਲੋਕਾਂ ਨੇ ਪਰਮੇਸ਼ਰ ਨੂੰ ਭੇਂਟਾਂ ਚੜਾਈਆਂ। ਆਓ ਅਸੀਂ ਵਚਨ 20 ਉੱਤੇ ਜਾਈਏ। ਇਜ਼ਰਾਈਲੀਆਂ ਦੀ ਸਾਰੀ ਮੰਡਲੀ ਮੂਸਾ ਦੇ ਅੱਗੋਂ ਬਾਹਰ ਗਈ ਅਤੇ ਸਾਰੇ ਮਨੁੱਖ ਜਿਨ੍ਹਾਂ ਦੇ ਮਨਾਂ ਨੇ ਉਹਨਾਂ ਨੂੰ ਕੀ ਪ੍ਰੇਰਿਆ ਆਏ ਅਤੇ ਜਿਨ੍ਹਾਂ ਦੇ ਆਤਮਾ ਨੇ ਉਸ ਦੀ ਕੀ ਕੀਤੀ, ਭਾਉਣੀ ਕੀਤੀ। ਉਹ ਯਹੋਵਾ ਲਈ ਭੇਂਟਾਂ ਮੰਡਲੀ ਦੇ ਤੰਬੂ ਦੇ ਬਣਾਉਣ ਲਈ ਅਤੇ ਉਸ ਦੀ ਸਾਰੀ ਉਪਾਸਨਾ ਲਈ ਅਤੇ ਪਵਿੱਤਰ ਵਸਤਰਾਂ ਲਈ ਲਿਆਏ। ਸਾਰੇ ਲੋਕ ਮੰਦਿਰ ਦੀਆਂ ਸਮੱਗਰੀਆਂ ਲਿਆਉਣ ਵਿੱਚ ਕਾਬਲ ਨਹੀਂ ਸੀ। ਸਭ ਤੋਂ ਪਹਿਲਾਂ ਉਹ ਲੋਕ ਜੋ ਇੱਛਕ ਸੀ, ਹਾਲਾਂਕਿ ਉਹਨਾਂ ਕੋਲ ਜ਼ਿਆਦਾ ਨਹੀਂ ਸੀ, ਫਿਰ ਵੀ ਲੋਕ ਜਿਨ੍ਹਾਂ ਕੋਲ ਪਰਮੇਸ਼ਰ ਨੂੰ ਭੇਂਟ ਚੜਾਉਣ ਲਈ ਉਤਸੁਕ ਮਨ ਸੀ, ਉਹ ਮੰਦਿਰ ਦੇ ਨਿਰਮਾਣ ਵਿੱਚ ਵਰਤੋਂ ਕੀਤੀ ਜਾਣ ਵਾਲੀ ਛੋਟੀ ਤੋਂ ਛੋਟੀ ਸਮੱਗਰੀ ਵੀ ਲੈ ਆਏ। ਦੂਸਰੇ ਉਹ ਲੋਕ ਸੀ ਜਿਨ੍ਹਾਂ ਨੂੰ ਖੁਸ਼ੀ ਹੋਈ, ਉਹ ਜਿਨ੍ਹਾਂ ਦੇ ਮਨ ਪਰਮੇਸ਼ਰ ਦੀ ਪਵਿੱਤਰ ਇੱਛਾ ਨੂੰ ਸਮਝਣ ਅਤੇ ਮਹਿਸੂਸ ਕਰਨ ਨਾਲ ਪ੍ਰੇਰਿਤ ਹੋਏ ਸੀ, ਇਸ ਕੰਮ ਵਿੱਚ ਸ਼ਾਮਿਲ ਹੋਏ। ਇਸ ਤਰ੍ਹਾਂ ਬਾਈਬਲ ਵਿਆਖਿਆ ਕਰਦੀ ਹੈ ਕਿ ਲੋਕ ਜਿਨ੍ਹਾਂ ਨੂੰ ਖੁਸ਼ੀ ਹੋਈ ਅਤੇ ਜਿਨ੍ਹਾਂ ਦੀ ਇੱਛਕ ਸੀ, ਉਹਨਾਂ ਨੇ ਇਸ ਕੰਮ ਨੂੰ ਪੂਰਾ ਕੀਤਾ। ਬਾਈਬਲ ਵਿੱਚ ਇਹ ਦਰਜ ਕੀਤਾ ਗਿਆ ਹੈ ਕਿ ਲੋਕਾਂ ਨੇ ਲਗਾਤਾਰ 1 ਹਫ਼ਤੇ ਤੱਕ ਮੰਦਿਰ ਦੇ ਨਿਰਮਾਣ ਦੀਆਂ ਸਮੱਗਰੀਆਂ ਨੂੰ ਪਰਮੇਸ਼ਰ ਨੂੰ ਚੜਾਇਆ। ਆਓ ਅਸੀਂ ਅਧਿਆਇ 36 ਉੱਤੇ ਜਾਈਏ। ਅਧਿਆਇ 36 ਵਚਨ 1 ਬਸਲੇਲ, ਅਹਾਲੀਆਬ ਅਰ ਸਾਰੇ ਬੁੱਧਵਾਨ ਮਨੁੱਖ ਕੰਮ ਕਰਨ। ਯਹੋਵਾ ਨੇ ਉਹਨਾਂ ਨੂੰ ਬੁੱਧ ਅਤੇ ਸਮਝ ਦਿੱਤੀ ਕਿ ਉਹ ਜਾਣਨ ਭਾਈ ਪਵਿੱਤਰ ਅਸਥਾਨ ਦੀ ਉਪਾਸਨਾ ਦਾ ਸਾਰਾ ਕੰਮ ਯਹੋਵਾ ਦੇ ਸਾਰੇ ਹੁਕਮਾਂ ਅਨੁਸਾਰ ਕਿਵੇਂ ਕਰਨਾ ਹੈ। ਫਿਰ ਮੂਸਾ ਨੇ ਬਸਲੇਲ ਅਰ ਅਹਾਲੀਆਬ ਅਰ ਸਾਰੇ ਬੁੱਧਵਾਨ ਮਨੁੱਖਾਂ ਨੂੰ ਜਿਨ੍ਹਾਂ ਦੇ ਮਨਾਂ ਵਿੱਚ ਯਹੋਵਾ ਨੇ ਬੁੱਧ ਦਿੱਤੀ ਸੀ ਸੱਦਿਆ, ਅਰਥਾਤ ਜਿਨ੍ਹਾਂ ਦੇ ਮਨਾਂ ਨੇ ਉਹਨਾਂ ਨੂੰ ਪ੍ਰੇਰਿਆ ਭਾਈ ਉਹ ਨੇੜੇ ਆ ਕੇ ਇਹ ਕੰਮ ਕਰਨ।
ਉਹਨਾਂ ਨੇ ਮੂਸਾ ਦੇ ਅੱਗੋਂ ਸਾਰੀਆਂ ਭੇਂਟਾਂ ਨੂੰ, ਜਿਨ੍ਹਾਂ ਨੂੰ ਇਜ਼ਰਾਈਲੀਆਂ ਨੇ ਪਵਿੱਤਰ ਅਸਥਾਨ ਦੀ ਉਪਾਸਨਾ ਦੇ ਕੰਮ ਨੂੰ ਪੂਰਾ ਕਰਨ ਲਈ ਲਿਆਂਦਾ ਸੀ, ਲੈ ਲਿਆ। ਤਦ ਵੀ ਲੋਕ ਉਹਦੇ ਕੋਲ ਹਰ ਸਵੇਰ ਨੂੰ ਖੁਸ਼ੀ ਦੀਆਂ ਭੇਂਟਾਂ ਵਾਫਰ ਲਿਆਉਂਦੇ ਰਹੇ। ਉਹ ਲਗਾਤਾਰ ਸਮੱਗਰੀਆਂ ਲਿਆਏ। ਤਾਂ ਸਾਰੇ ਬੁੱਧਵਾਨ ਜਿਹੜੇ ਪਵਿੱਤਰ ਸਥਾਨ ਦਾ ਸਾਰਾ ਕੰਮ ਕਰਦੇ ਸਨ, ਆਪੋ ਆਪਣੇ ਕੰਮ ਤੋਂ ਜਿਹੜਾ ਉਹ ਕਰਦੇ ਸਨ ਆਏ, ਅਤੇ ਉਹਨਾਂ ਨੇ ਮੂਸਾ ਨੂੰ ਆਖਿਆ ਕਿ ਲੋਕ ਉਪਾਸਨਾ ਦੇ ਕੰਮ ਦੀ ਲੋੜ ਤੋਂ ਜਿਹਦਾ ਯਹੋਵਾ ਨੇ ਬਣਾਉਣ ਦਾ ਹੁਕਮ ਦਿੱਤਾ ਹੈ ਵਾਫਰ ਲਿਆਉਂਦੇ ਹਨ। ਮੂਸਾ ਨੇ ਹੁਕਮ ਦਿੱਤਾ ਔਰ ਉਹਨਾਂ ਨੇ ਇਹ ਆਖ ਕੇ ਸਾਰੇ ਡੇਰੇ ਵਿੱਚ ਹੋਕਾ ਫਿਰਾਇਆ, ਭਾਈ ਮਨੁੱਖ ਅਤੇ ਇਸਤਰੀਆਂ ਪਵਿੱਤਰ ਸਥਾਨ ਦੀ ਭੇਂਟ ਲਈ ਹੋਰ ਪ੍ਰਬੰਧ ਨਾ ਕਰਨ। ਇਸ ਤਰ੍ਹਾਂ ਲੋਕ ਹੋਰ ਭੇਂਟ ਲਿਆਉਣ ਤੋਂ ਰੋਕੇ ਗਏ। ਉਹ ਕਿਸ ਕਾਰਨ ਤੋਂ ਭੇਂਟ ਲਿਆਉਣ ਤੋਂ ਰੋਕੇ ਗਏ? ਵਚਨ 7, ਕਿਉਂ ਜੋ ਉਸ ਸਾਰੇ ਕੰਮ ਦੇ ਬਣਾਉਣ ਲਈ ਮਸਾਲਾ ਬਹੁਤ ਸੀ, ਸਗੋਂ ਵਾਫਰ ਸੀ। 3500 ਸਾਲ ਪਹਿਲਾਂ ਮੂਸਾ ਪ੍ਰਾਸ਼ਚਿਤ ਦੇ ਦਿਨ ਪਰਮੇਸ਼ਰ ਦੁਆਰਾ ਲਿਖੀ ਗਈ 10 ਹੁਕਮਾਂ ਦੀਆਂ 2 ਨਵੀਆਂ ਫੱਟੀਆਂ ਨਾਲ ਹੇਠਾਂ ਉਤਰਿਆ ਅਤੇ ਇਜ਼ਰਾਈਲੀਆਂ ਨੂੰ ਪਰਮੇਸ਼ਰ ਦੀ ਇੱਛਾ ਸੁਣਾਈ। ਜਦੋਂ ਇਜ਼ਰਾਈਲੀਆਂ ਨੇ ਮੰਦਿਰ ਨਿਰਮਾਣ ਦੀ ਪਰਮੇਸ਼ਰ ਦੀ ਇੱਛਾ ਬਾਰੇ ਸੁਣਿਆ, ਜਿਸ ਵਿੱਚ ਪਰਮੇਸ਼ਰ ਦੇ ਨੇਮ ਦੇ 10 ਹੁਕਮਾਂ ਨੂੰ ਰੱਖਿਆ ਜਾਣਾ ਚਾਹੀਦਾ ਸੀ, ਉਦੋਂ ਸਾਰੇ ਲੋਕ ਜ਼ਿਆਦਾਤਰ ਮਾਤਰਾ ਵਿੱਚ ਉਸ ਨੂੰ ਬਣਾਉਣ ਲਈ ਸਮੱਗਰੀਆਂ ਲੈ ਆਏ। ਇਸ ਦੇ ਦੁਆਰਾ ਉਹਨਾਂ ਨੇ ਆਪਣੇ ਪਾਪਾਂ ਅਤੇ ਅਪਰਾਧਾਂ ਦੀ ਮਾਫੀ ਦੀ ਪਰਮੇਸ਼ਰ ਦੀ ਕਿਰਪਾ ਲਈ ਉਹਨਾਂ ਨੂੰ ਧੰਨਵਾਦ ਦਿੱਤਾ। ਉਹ ਹਰ ਦਿਨ ਸਮੱਗਰੀਆਂ ਲਿਆਉਂਦੇ ਸੀ, ਇੱਥੋਂ ਤੱਕ ਕਿ ਉਹ ਇੰਨੀ ਜ਼ਿਆਦਾ ਸਮੱਗਰੀਆਂ ਲੈ ਆਏ ਕਿ ਉਹਨਾਂ ਨੂੰ ਹੋਰ ਜ਼ਿਆਦਾ ਲਿਆਉਣ ਤੋਂ ਰੋਕਿਆ ਗਿਆ। ਭਾਵੇਂ ਇੱਕ ਸਮਾਂ ਹੈ ਜਦੋਂ ਅਸੀਂ ਮੰਦਰ ਲਈ ਸੁਤੰਤਰ ਰੂਪ ਨਾਲ ਸਮੱਗਰੀਆਂ ਲਿਆ ਸਕਦੇ ਹਾਂ, ਇੱਕ ਅਜਿਹਾ ਦਿਨ ਵੀ ਆਵੇਗਾ ਜਦੋਂ ਇਸ ਨੂੰ ਹੋਰ ਲਿਆਉਣ ਤੋਂ ਰੋਕਣ ਦੀ ਘੋਸ਼ਣਾ ਕੀਤੀ ਜਾਵੇਗੀ। ਇੱਕ ਹਫ਼ਤੇ ਲਈ ਜੋ ਲੋਕ ਇੱਛਕ ਸੀ ਅਤੇ ਜਿਨ੍ਹਾਂ ਦੇ ਮਨ ਪ੍ਰੇਰਿਤ ਹੋਏ ਸੀ, ਉਹ ਪਰਮੇਸ਼ਰ ਨੂੰ ਇਨ੍ਹਾਂ ਸਮੱਗਰੀਆਂ ਨੂੰ ਜਿੰਨਾ ਚਾਹੇ ਉਹਨਾਂ ਸੁਤੰਤਰ ਰੂਪ ਨਾਲ ਚੜਾਉਣ ਵਿੱਚ ਸਫਲ ਸੀ। ਹਾਲਾਂਕਿ ਉਹ ਦਿਨ ਆਇਆ ਜਦੋਂ ਉਹ ਚਾਹੁੰਦੇ ਹੋਏ ਵੀ ਅਜਿਹਾ ਨਹੀਂ ਕਰ ਪਾਏ। ਭਾਵੇਂ ਉਹ ਇਹ ਕਹਿੰਦੇ ਹੋਏ ਸ਼ਾਨਦਾਰ ਭੇਂਟ ਲਿਆਏ ਹੋਣ, ਮੈਂ ਵੀ ਇਸ ਕੰਮ ਵਿੱਚ ਹਿੱਸਾ ਲੈਣਾ ਚਾਹੁੰਦਾ ਹਾਂ। ਪਰਮੇਸ਼ਰ ਨੇ ਕਿਹਾ, ਹੁਣ ਹੋਰ ਭੇਂਟ ਦੀ ਜ਼ਰੂਰਤ ਨਹੀਂ ਹੈ। ਜਦੋਂ ਅਸੀਂ ਮੰਦਿਰ ਨਿਰਮਾਣ ਦੇ ਇਤਿਹਾਸ ਨੂੰ ਦੇਖਦੇ ਹਾਂ, ਫਿਰ ਅਸੀਂ ਸੋਚ ਸਕਦੇ ਹਾਂ ਕਿ ਕਿਉਂ ਕਰੋਨਾ ਵਾਇਰਸ ਮਹਾਮਾਰੀ ਆਈ। ਅਸੀਂ ਸੋਚਦੇ ਸੀ ਕਿ ਜਦੋਂ ਤੱਕ ਅਸੀਂ ਸਵਰਗ ਵਿੱਚ ਨਹੀਂ ਜਾਂਦੇ, ਉਦੋਂ ਤੱਕ ਅਸੀਂ ਸੁਤੰਤਰ ਰੂਪ ਨਾਲ ਪ੍ਰਚਾਰ ਕਰ ਪਾਵਾਂਗੇ। ਅਜਿਹਾ ਇਸ ਲਈ ਸੀ ਕਿਉਂਕਿ ਅਸੀਂ ਪਹਿਲਾਂ ਆਪਣੇ ਰੋਜ਼ਾਨਾ ਜੀਵਨ ਵਿੱਚ ਸੁਤੰਤਰ ਰੂਪ ਨਾਲ ਅਜਿਹਾ ਕਰਨ ਵਿੱਚ ਸਫਲ ਸੀ। ਪਰ ਹੁਣ ਅਜਿਹੀ ਸਥਿਤੀ ਆ ਗਈ ਹੈ ਜਿੱਥੇ ਸੰਸਾਰ ਨੂੰ ਆਪਣੀ ਇੱਛਾ ਅਨੁਸਾਰ ਕੰਮ ਕਰਨ ਤੋਂ ਸੀਮਿਤ ਕੀਤਾ ਜਾਂਦਾ ਹੈ। ਕਿ ਪਰਮੇਸ਼ਰ ਨੇ ਇਹ ਨਹੀਂ ਕਿਹਾ, ਉਹ ਰਾਤ ਆਉਣ ਵਾਲੀ ਹੈ ਜਿਸ ਵਿੱਚ ਕੋਈ ਕੰਮ ਨਹੀਂ ਕਰ ਸਕਦਾ। ਹੁਣ ਅਸੀਂ ਅਜਿਹੀ ਸਥਿਤੀ ਵਿੱਚ ਹਾਂ ਜਿੱਥੇ ਅਸੀਂ ਚਾਹੁੰਦੇ ਹੋਏ ਵੀ ਕੰਮ ਨਹੀਂ ਕਰ ਸਕਦੇ। ਪਹਿਲਾਂ ਅਸੀਂ ਕਦੇ-ਕਦੇ ਵਿਚਾਰ ਕਰਦੇ ਸੀ ਕਿ ਮੈਂ ਇੱਕ ਦਿਨ ਆਰਾਮ ਕਰ ਸਕਦਾ ਹਾਂ ਜਾਂ ਮੈਂ 1 ਮਹੀਨੇ ਆਰਾਮ ਕਰਨਾ ਚਾਹੁੰਦਾ ਹਾਂ। ਪੂਰੀ ਦੁਨੀਆ ਹੁਣ ਤਾਲਾਬੰਦੀ ਦੀ ਸਥਿਤੀ ਵਿੱਚ ਹੈ। ਪਰਮੇਸ਼ਰ ਨੇ ਸਾਨੂੰ ਇਸ ਤਰ੍ਹਾਂ ਦੇ ਵਾਤਾਵਰਣ ਵਿੱਚ ਰੱਖਿਆ ਹੈ। ਇਸ ਲਈ ਜਦੋਂ ਤੱਕ ਅਸੀਂ ਕਾਬਲ ਹਾਂ, ਆਓ ਅਸੀਂ ਮਿਹਨਤ ਨਾਲ ਕੰਮ ਕਰੀਏ। ਕੁਝ ਕਹਿੰਦੇ ਹਨ, ਮੈਂ ਸਵਰਗ ਵਿੱਚ ਪ੍ਰਚਾਰ ਕਰਾਂਗਾ। ਸਵਰਗ ਅਜਿਹੀ ਜਗ੍ਹਾ ਨਹੀਂ ਜਿੱਥੇ ਪ੍ਰਚਾਰ ਕਰਨ ਦੀ ਜ਼ਰੂਰਤ ਹੈ। ਪ੍ਰਚਾਰ ਕਰਨਾ ਪਾਪੀਆਂ ਦੀ ਪ੍ਰਾਸ਼ਚਿਤ ਵੱਲ ਅਗਵਾਈ ਕਰਨਾ ਹੈ। ਸਵਰਗ ਵਿੱਚ ਸਾਰੇ ਲੋਕ ਪਹਿਲਾਂ ਤੋਂ ਹੀ ਧਰਮੀਆਂ ਦੇ ਰੂਪ ਵਿੱਚ ਬਦਲ ਗਏ ਹਨ ਅਤੇ ਨਵੇਂ ਸਿਰਿਓਂ ਜੰਮੇ ਹੋਏ ਹਨ। ਇਸ ਤਰ੍ਹਾਂ ਉੱਥੇ ਪ੍ਰਚਾਰ ਬੇਅਰਥ ਅਤੇ ਜ਼ਰੂਰੀ ਨਹੀਂ ਹੈ। ਇਸ ਲਈ ਸਾਨੂੰ ਸਾਡੇ ਬਚੇ ਸਮੇਂ ਵਿੱਚ ਸਵਰਗੀ ਲੋਕਾਂ ਦੀ ਅਗਵਾਈ ਪਰਮੇਸ਼ਰ ਵੱਲ ਕਰਨੀ ਚਾਹੀਦੀ ਹੈ, ਜੋ ਮੰਦਿਰ ਦੀਆਂ ਆਤਮਿਕ ਸਮੱਗਰੀਆਂ ਹਨ। ਹੁਣ ਆਓ ਅਸੀਂ ਨehemia ਦੀ ਪੁਸਤਕ ਅਧਿਆਇ 8 ਉੱਤੇ ਜਾਈਏ ਅਤੇ ਦੇਖੀਏ ਕਿ ਪੁਰਾਣੇ ਨੇਮ ਵਿੱਚ ਡੇਰਿਆਂ ਦਾ ਪਰਵ ਡੇਰੇ ਬਣਾਉਣ ਦੁਆਰਾ ਮਨਾਇਆ ਜਾਂਦਾ ਸੀ। ਆਓ ਅਸੀਂ ਦੇਖੀਏ ਕਿ ਪੁਰਾਣੇ ਨਿਯਮ ਵਿੱਚ ਕਿਵੇਂ ਡੇਰਿਆਂ ਦਾ ਪਰਵ ਮਨਾਉਂਦੇ ਸੀ। ਵਚਨ 13, ਦੂਜੇ ਦਿਨ ਸਾਰੀ ਪ੍ਰਜਾ ਦੇ ਪਿਓ ਦਾਦਿਆਂ ਦੇ ਮੁਖੀਏ ਅਰ ਜਾਜਕ ਅਤੇ ਲੇਵੀ ਅਜਰਾ ਲਿਖਾਰੀ ਕੋਲ ਇਕੱਠੇ ਹੋਏ, ਭਾਈ ਵਿਵਸਥਾ ਦੀਆਂ ਗੱਲਾਂ ਵੱਲ ਧਿਆਨ ਦੇਣ। ਅਤੇ ਉਹਨਾਂ ਨੂੰ ਵਿਵਸਥਾ ਵਿੱਚ ਇਹ ਲਿਖਿਆ ਮਿਲਿਆ ਕਿ ਯਹੋਵਾ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ, ਭਾਈ ਇਜ਼ਰਾਈਲ 7ਵੇਂ ਮਹੀਨੇ ਦੇ ਪਰਵ ਲਈ ਡੇਰਿਆਂ ਵਿੱਚ ਵਸਣ ਅਤੇ ਸਾਰਿਆਂ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਇਹ ਸੁਣਾਇਆ ਜਾਏ ਅਤੇ ਇਹਦੀ ਟੋਂਡੀ ਪਿਟਾਈ ਜਾਏ ਕਿ ਪਹਾੜ ਉੱਤੇ ਜਾ ਕੇ ਜੈਤੂਨ ਦੀਆਂ ਟਾਹਣੀਆਂ ਅਰ ਤੇਲ ਦੇ ਵ੍ਰਿਕਸ਼ ਦੀਆਂ ਟਾਹਣੀਆਂ ਅਰ ਮਹਿੰਦੀ ਦੀਆਂ ਟਾਹਣੀਆਂ ਅਰ ਖਜੂਰ ਦੀਆਂ ਟਾਹਣੀਆਂ ਅਤੇ ਸੰਘਣੇ ਵ੍ਰਿਕਸ਼ਾਂ ਦੀਆਂ ਟਾਹਣੀਆਂ ਡੇਰੇ ਬਣਾਉਣ ਲਈ ਲਿਆਓ, ਜਿਵੇਂ ਲਿਖਿਆ ਹੈ। ਤਾਂ ਲੋਕ ਬਾਹਰ ਗਏ ਅਤੇ ਉਹ ਇਹਨਾਂ ਨੂੰ ਲਿਆਏ ਅਤੇ ਹਰ ਮਨੁੱਖ ਨੇ ਆਪਣੀ ਛੱਤ ਉੱਤੇ
ਆਪਣੇ ਵਿਹੜੇ ਵਿੱਚ ਅਤੇ ਪਰਮੇਸ਼ਰ ਭਵਨ ਦੇ ਵਿਹੜੇ ਵਿੱਚ ਅਤੇ ਜਲ ਫਾਟਕ ਦੇ ਚੌਂਕ ਵਿੱਚ ਅਤੇ ਅਫਰਾਇਮ ਫਾਟਕ ਦੇ ਚੌਂਕ ਵਿੱਚ ਤੇ ਆਪਣੇ ਲਈ ਡੇਰੇ ਬਣਾਏ। ਸਾਰੀ ਸਭਾ ਨੇ ਜਿਹੜੀ ਅਸਾਰੀ ਵਿੱਚੋਂ ਮੁੜ ਆਈ ਸੀ ਡੇਰੇ ਬਣਾਏ ਅਤੇ ਡੇਰਿਆਂ ਵਿੱਚ ਵਸ ਗਏ, ਕਿਉਂ ਜੋ ਨੂਨ ਦੇ ਪੁੱਤ ਯੇਸ਼ੂਆ ਦੇ ਦਿਨਾਂ ਤੋਂ ਇਜ਼ਰਾਈਲੀਆਂ ਨੇ ਅੱਜ ਦੇ ਦਿਨ ਤੱਕ ਏਦਾਂ ਨਹੀਂ ਕੀਤਾ ਸੀ। ਤਾਂ ਬਹੁਤ ਵੱਡਾ ਆਨੰਦ ਹੋਇਆ ਅਤੇ ਪਹਿਲੇ ਦਿਨ ਤੋਂ ਲੈ ਕੇ ਛੇਕੜਲੇ ਦਿਨ ਤੱਕ ਉਸਨੇ ਪਰਮੇਸ਼ਰ ਦੀ ਵਿਵਸਥਾ ਦੀ ਪੋਥੀ ਨੂੰ ਨਿਤਨੇਮ ਪੜ੍ਹਿਆ ਅਤੇ 7 ਦਿਨ ਉਹਨਾਂ ਨੂੰ ਪਰਬ ਮਨਾਇਆ ਅਤੇ 8ਵੇਂ ਦਿਨ ਦਸਤੂਰ ਅਨੁਸਾਰ ਸ਼੍ਰੋਮਣੀ ਸਭਾ ਹੋਈ। ਬਾਈਬਲ ਕਹਿੰਦੀ ਹੈ ਕਿ ਨehemia ਦੇ ਸਮੇਂ ਵਿੱਚ ਵੀ ਡੇਰਿਆਂ ਦਾ ਪਰਬ ਮਨਾਇਆ ਗਿਆ। ਨehemia ਅਧਿਆਇ 8 ਵਿੱਚ ਇਹ ਲਿਖਿਆ ਹੈ ਕਿ ਡੇਰਿਆਂ ਦਾ ਪਰਬ ਇਹ ਯਾਦ ਕਰਾਉਣ ਲਈ ਮਨਾਇਆ ਗਿਆ ਸੀ ਕਿ ਇਜ਼ਰਾਈਲੀ ਜੰਗਲ ਵਿੱਚ ਰਹਿਣ ਦੇ ਦੌਰਾਨ ਡੇਰਿਆਂ ਵਿੱਚ ਰਹਿੰਦੇ ਸੀ। ਵੱਖਰੇ ਰੁੱਖ ਜਿਵੇਂ ਖਜੂਰ ਦੀਆਂ ਟਾਹਣੀਆਂ, ਮੋਟੇ ਰੁੱਖਾਂ ਦੀਆਂ ਟਾਹਣੀਆਂ, ਪਹਾੜ ਉੱਤੇ ਦੇ ਜੈਤੂਨ ਅਤੇ ਤੇਲ ਦੇ ਵ੍ਰਿਕਸ਼ ਦੀਆਂ ਟਾਹਣੀਆਂ, ਮਹਿੰਦੀ ਦੀਆਂ ਟਾਹਣੀਆਂ ਦੀ ਵਰਤੋਂ ਕਰਕੇ ਡੇਰਿਆਂ ਦਾ ਪਰਬ ਮਨਾਉਣ ਦੇ ਪਿੱਛੇ ਕੀ ਅਰਥ ਹੈ ਅਤੇ ਬਾਈਬਲ ਵਿੱਚ ਰੁੱਖ ਕਿਸ ਨੂੰ ਸੰਕੇਤ ਕਰਦਾ ਹੈ। ਆਓ ਅਸੀਂ ਯਿਰਮੀਆ ਦੀ ਪੁਸਤਕ ਅਧਿਆਇ 5 ਉੱਤੇ ਜਾਈਏ। ਯਿਰਮੀਆ ਅਧਿਆਇ 5 ਵਚਨ 14। ਮੈਂ ਯਹੋਵਾ ਸੈਨਾ ਦਾ ਪਰਮੇਸ਼ਰ ਇਉਂ ਫਰਮਾਉਂਦਾ ਹਾਂ, ਇਸ ਲਈ ਕਿ ਤੁਸਾਂ ਇਹ ਵਚਨ ਆਖਿਆ ਹੈ, ਵੇਖ ਮੈਂ ਇਹਨਾਂ ਗੱਲਾਂ ਨੂੰ ਤੇਰੇ ਮੂੰਹ ਵਿੱਚ ਅੱਗ ਬਣਾ ਦਿੰਦਾ ਹਾਂ ਅਤੇ ਇਸ ਪ੍ਰਜਾ ਨੂੰ ਲੱਕੜੀ ਇਹ ਉਹਨਾਂ ਨੂੰ ਖਾ ਜਾਵੇਗੀ। ਦੂਸਰੇ ਸ਼ਬਦਾਂ ਵਿੱਚ ਬਾਈਬਲ ਵਿੱਚ ਭਿੰਨ-ਭਿੰਨ ਤਰ੍ਹਾਂ ਦੇ ਰੁੱਖ ਪਰਮੇਸ਼ਰ ਦੇ ਲੋਕਾਂ ਨੂੰ ਦਰਸਾਉਂਦੇ ਹਨ। ਇੱਥੇ ਲੋਕਾਂ ਨੂੰ ਲੱਕੜ ਅਰਥਾਤ ਰੁੱਖ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਅਸੀਂ ਕੂਚ ਦੀ ਪੁਸਤਕ ਵਿੱਚ ਵੀ ਪਹਿਲਾਂ ਤੋਂ ਸਿੱਖਿਆ ਹੈ ਕਿ ਲੋਕਾਂ ਨੂੰ ਮੰਦਿਰ ਦੀਆਂ ਸਮੱਗਰੀਆਂ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਇਸ ਲਈ ਰੁੱਖ ਅਤੇ ਮੰਦਿਰ ਦੀਆਂ ਸਮੱਗਰੀਆਂ ਦੋਵੇਂ ਲੋਕਾਂ ਨੂੰ ਸੰਕੇਤ ਕਰਦੀਆਂ ਹਨ। ਡੇਰਿਆਂ ਦਾ ਪਰਬ ਸਾਡੇ ਗੁਆਚੇ ਹੋਏ ਭਰਾਵਾਂ ਤੇ ਭੈਣਾਂ ਨੂੰ ਲੱਭਣ ਅਤੇ ਉਹਨਾਂ ਨੂੰ ਪਰਮੇਸ਼ਰ ਨੂੰ ਸਮਰਪਿਤ ਕਰਨ ਦਾ ਪਰਬ ਹੈ, ਜਿਸ ਤਰ੍ਹਾਂ ਲੋਕਾਂ ਨੇ ਮੰਦਿਰ ਦੀਆਂ ਸਮੱਗਰੀਆਂ ਨੂੰ ਸਮਰਪਿਤ ਕੀਤਾ ਸੀ। ਇਸ ਦੇ ਉਲਟ ਅਫਸੀਆਂ ਦੀ ਪੁਸਤਕ ਵਿੱਚ ਇਹ ਲਿਖਿਆ ਹੈ ਕਿ ਅਸੀਂ ਸਾਰੇ ਮਿਲ ਕੇ ਪਰਮੇਸ਼ਰ ਵਿੱਚ ਇੱਕ ਮੰਦਿਰ ਬਣਦੇ ਜਾਂਦੇ ਹਾਂ। ਆਓ ਅਸੀਂ ਅਫਸੀਆਂ ਦੀ ਪੁਸਤਕ ਅਧਿਆਇ 2 ਦੇਖੀਏ। ਅਧਿਆਇ 2 ਵਚਨ 19 ਵਿੱਚ ਇਹ ਲਿਖਿਆ ਹੈ, ਸੋ ਹੁਣ ਤੋਂ ਤੁਸੀਂ ਅਪਰੇ ਅਤੇ ਪਰਦੇਸ਼ੀ ਨਹੀਂ, ਸਗੋਂ ਸੰਤਾਂ ਦੇ ਵਤਨੀ ਅਤੇ ਪਰਮੇਸ਼ਰ ਦੇ ਘਰਾਣੇ ਦੇ ਹੋ ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਹੋ, ਜਿਹਦੇ ਖੂੰਜੇ ਦਾ ਪੱਥਰ ਆਪ ਮਸੀਹ ਯਿਸੂ ਹੈ, ਜਿਹਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਉਹ ਕੀ ਬਣਦੀ ਜਾਂਦੀ ਹੈ, ਪ੍ਰਭੂ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ, ਜਿਸ ਵਿੱਚ ਤੁਸੀਂ ਵੀ ਆਤਮਾ ਵਿੱਚ ਪਰਮੇਸ਼ਰ ਦਾ ਭਵਨ ਹੋਣ ਲਈ ਇੱਕ ਸੰਗ ਬਣਾਏ ਜਾਂਦੇ ਹੋ। ਇਹ ਉਹ ਹੈ ਜੋ ਬਾਈਬਲ ਸਾਨੂੰ ਸਿਖਾਉਂਦੀ ਹੈ। ਕਈ ਲੋਕ ਥੰਮ ਬੰਨ੍ਹਦੇ ਹਨ ਅਤੇ ਕੁਝ ਲੋਕ ਬੀਮ ਬੰਨ੍ਹਦੇ ਹਨ ਅਤੇ ਕੁਝ ਲੋਕ ਖਿੜਕੀਆਂ ਦੀ ਭੂਮਿਕਾ, ਛੱਤ ਦੀ ਭੂਮਿਕਾ ਜਾਂ ਨੀਂਹ ਦੀ ਭੂਮਿਕਾ ਨਿਭਾ ਸਕਦੇ ਹਨ। ਲਿਖਿਆ ਹੈ ਕਿ ਅਸੀਂ ਯਿਸੂ ਵਿੱਚ ਇੱਕ ਭਵਨ, ਪਵਿੱਤਰ ਸਥਾਨ ਮਤਲਬ ਮੰਦਿਰ ਬਣਦੇ ਜਾਂਦੇ ਹਨ, ਜਿਸ ਵਿੱਚ ਪਰਮੇਸ਼ਰ ਨਿਵਾਸ ਕਰਦੇ ਹਨ। ਇਸ ਲਈ ਸਭ ਤਰ੍ਹਾਂ ਦੇ ਵ੍ਰਿਕਸ਼ ਜਿਵੇਂ ਮਹਿੰਦੀ ਦਾ ਰੁੱਖ ਅਤੇ ਖਜੂਰ ਦੇ ਪੱਤੇ ਸਵਰਗੀ ਲੋਕਾਂ ਨੂੰ ਦਰਸਾਉਂਦੇ ਹਨ, ਜੋ ਮੰਦਿਰ ਦੀਆਂ ਸਮੱਗਰੀਆਂ ਬਣਨਗੇ, ਜਿਸ ਵਿੱਚ ਪਰਮੇਸ਼ਰ ਨਿਵਾਸ ਕਰਨਗੇ। ਪਰਮੇਸ਼ਰ ਨੇ ਇਜ਼ਰਾਈਲੀਆਂ ਨੂੰ ਲੱਕੜਾਂ ਇਕੱਠੀਆਂ ਕਰਨ ਲਈ ਪਹਾੜਾਂ ਅਤੇ ਖੇਤਾਂ ਵਿੱਚ ਜਾਣ ਲਈ ਕਿਹਾ। ਇਹ ਇੱਕ ਭਵਿੱਖਬਾਣੀ ਸੀ ਕਿ ਸਵਰਗੀ ਲੋਕ ਦੁਨੀਆ ਭਰ ਤੋਂ ਪਵਿੱਤਰ ਯਰੂਸ਼ਲਮ ਮੰਦਿਰ ਦੇ ਥੰਮ ਅਤੇ ਭਿੰਨ-ਭਿੰਨ ਤਰ੍ਹਾਂ ਦੀਆਂ ਸਮੱਗਰੀਆਂ ਹੋਣ ਲਈ ਇਕੱਠਾ ਹੋਣਗੇ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਦੀ ਪੁਸਤਕ ਅਧਿਆਇ 3 ਉੱਤੇ ਜਾ ਕੇ ਇਸ ਦੀ ਪੁਸ਼ਟੀ ਕਰੀਏ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 3 ਵਚਨ 10 ਪੜ੍ਹੀਏ। ਤੈਂ ਜੋ ਮੇਰੇ ਧੀਰਜ ਦੇ ਬਚਨ ਦੀ ਰੱਖਿਆ ਕੀਤੀ, ਤਾਂ ਮੈਂ ਵੀ ਪਰਤਾਵੇ ਦੇ ਉਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਪਰਤਾਉਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ, ਤੇਰੀ ਰੱਖਿਆ ਕਰਾਂਗਾ। ਮੈਂ ਛੇਤੀ ਆਉਂਦਾ ਹਾਂ। ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ, ਕਿਤੇ ਐ ਨਾ ਹੋਵੇ ਭਾਈ ਕੋਈ ਤੇਰਾ ਮੁਕਟ ਲੈ ਜਾਵੇ।
ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਪਰਮੇਸ਼ਰ ਦੀ ਹੈਕਲ ਵਿੱਚ ਇੱਕ ਥੰਮ ਬਣਾਵਾਂਗਾ। ਅਫਸੀਆ ਅਧਿਆਇ 2 ਵਿੱਚ ਇਹ ਲਿਖਿਆ ਸੀ ਕਿ ਅਸੀਂ ਇੱਕ ਭਵਨ ਮਤਲਬ ਮੰਦਿਰ ਬਣਦੇ ਜਾਂਦੇ ਹਾਂ ਜਿਸ ਵਿੱਚ ਪਰਮੇਸ਼ਰ ਨਿਵਾਸ ਕਰਦੇ ਹਨ। ਪ੍ਰਕਾਸ਼ ਦੀ ਪੋਥੀ ਅਧਿਆਇ 3 ਵਚਨ 12 ਵਿੱਚ ਇਹ ਵੀ ਲਿਖਿਆ ਹੈ ਕਿ ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਪਰਮੇਸ਼ਰ ਦੀ ਹੈਕਲ ਵਿੱਚ ਇੱਕ ਥੰਮ ਬਣਾਵਾਂਗਾ ਅਤੇ ਉਹ ਫਿਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ਰ ਦਾ ਨਾਮ ਅਤੇ ਆਪਣੇ ਪਰਮੇਸ਼ਰ ਦੀ ਨਗਰੀ ਨਈ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ਰ ਵੱਲੋਂ ਸਵਰਗ ਵਿੱਚੋਂ ਉਤਰਦੀ ਹੈ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਵਾਂਗਾ। ਜਿਹਦੇ ਕੰਨ ਹਨ ਸੋ ਸੁਣੇ ਭਾਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਇੱਥੇ ਵੀ ਇਹ ਲਿਖਿਆ ਹੈ ਕਿ ਜੋ ਜਿੱਤ ਪ੍ਰਾਪਤ ਕਰੇ ਉਹਨੂੰ ਮੈਂ ਆਪਣੇ ਪਰਮੇਸ਼ਰ ਦੀ ਹੈਕਲ ਵਿੱਚ ਇੱਕ ਥੰਮ ਬਣਾਵਾਂਗਾ। ਕਿ ਮੰਦਿਰ ਵਿੱਚ ਇੱਕ ਥੰਮ ਦਾ ਮਤਲਬ ਮੰਦਿਰ ਵਿੱਚ ਵਰਤੋਂ ਕੀਤੀ ਜਾਣ ਵਾਲੀ ਸਮੱਗਰੀ ਦਾ ਭਾਗ ਨਹੀਂ। ਅਸੀਂ ਸਾਰੇ ਪਰਮੇਸ਼ਰ ਦੇ ਮੰਦਿਰ ਦੀਆਂ ਸਮੱਗਰੀਆਂ ਹਨ। ਪਰਮੇਸ਼ਰ ਨੇ ਸਮਝਾਇਆ ਹੈ ਕਿ ਸਿਯੋਨ ਪਰਿਵਾਰ ਦੇ ਸਾਰੇ ਮੈਂਬਰ ਮਿਲ ਕੇ ਇੱਕ ਭਵਨ ਪਰਮੇਸ਼ਰ ਦਾ ਮੰਦਿਰ ਬਣਨ ਦੀ ਪ੍ਰਕਿਰਿਆ ਵਿੱਚ ਹਾਂ ਜਿਸ ਵਿੱਚ ਪਰਮੇਸ਼ਰ ਨਿਵਾਸ ਕਰਦੇ ਹਨ। 3500 ਸਾਲ ਪਹਿਲਾਂ ਮੂਸਾ ਦੇ ਸਮੇਂ ਵਿੱਚ ਮੰਦਿਰ ਨਿਰਮਾਣ ਦੇ ਪਰਮੇਸ਼ਰ ਦੇ ਹੁਕਮ ਦਾ ਪਾਲਨ ਕਰਨ ਲਈ ਜਿਸ ਵਿੱਚ ਪਰਮੇਸ਼ਰ ਦੇ ਨੇਮ ਦੀਆਂ ਪੱਥਰ ਦੀਆਂ 2 ਪਵਿੱਤਰ ਫੱਟੀਆਂ ਨੂੰ ਅਸਥਾਈ ਰੂਪ ਨਾਲ ਰੱਖਿਆ ਗਿਆ ਸੀ। ਸਭ ਲੋਕਾਂ ਨੇ ਪਹਿਲਾ ਪ੍ਰਾਸ਼ਚਿਤ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਮੂਸਾ ਦੁਆਰਾ ਮੰਦਿਰ ਨਿਰਮਾਣ ਦੇ ਕੰਮ ਲਈ ਪਰਮੇਸ਼ਰ ਨੂੰ ਸਮੱਗਰੀਆਂ ਨੂੰ ਸਮਰਪਿਤ ਕੀਤਾ। ਇਸ ਕੰਮ ਨੂੰ ਪੂਰਾ ਕਰਨ ਲਈ ਅਹਾਲੀਆਬ ਵਰਗੇ ਲੋਕਾਂ ਨੇ ਐਫੋਦ ਅਤੇ ਪਰਮੇਸ਼ਰ ਦੇ ਮੰਦਿਰ ਲਈ ਜੋ ਕੁਝ ਵੀ ਜ਼ਰੂਰੀ ਸੀ ਉਸ ਨੂੰ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। 3500 ਸਾਲ ਪਹਿਲਾਂ ਹੋਇਆ ਇਹ ਕੰਮ ਬਾਈਬਲ ਵਿੱਚ ਦਰਜ ਕੀਤਾ ਗਿਆ ਹੈ। ਭਵਿੱਖਬਾਣੀ ਦੇ ਰੂਪ ਵਿੱਚ ਇਹ ਯੁੱਗ ਡੇਰਿਆਂ ਦੇ ਪਰਵ ਦਾ ਯੁੱਗ ਹੈ। ਇਸ ਯੁੱਗ ਵਿੱਚ ਹਰ ਕੋਈ ਪਰਮੇਸ਼ਰ ਦੇ ਲੋਕਾਂ ਨੂੰ ਇਕੱਠਾ ਕਰਨ ਦਾ ਕੰਮ ਨਹੀਂ ਕਰ ਸਕਦਾ ਜੋ ਕਿ ਪਰਮੇਸ਼ਰ ਦੇ ਮੰਦਿਰ ਦੀਆਂ ਸਮੱਗਰੀਆਂ ਹਨ। ਇਹ ਸਿਰਫ ਉਹਨਾਂ ਲਈ ਹੈ ਜੋ ਇਸ ਕੰਮ ਨੂੰ ਲਗਨ ਨਾਲ ਕਰਨ ਲਈ ਇੱਛੁਕ ਹਨ ਅਤੇ ਜਿਨ੍ਹਾਂ ਦੇ ਮਨ ਪ੍ਰੇਰਿਤ ਹੋਏ ਹਨ। ਇਹ ਕੰਮ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਪਰਮੇਸ਼ਰ ਸਮੱਗਰੀਆਂ ਨੂੰ ਹੋਰ ਲਿਆਉਣ ਤੋਂ ਰੋਕਣ ਦਾ ਹੁਕਮ ਨਹੀਂ ਦਿੰਦੇ। 2000 ਸਾਲ ਪਹਿਲਾਂ ਜਦੋਂ ਯਿਸੂ ਇਸ ਧਰਤੀ ਉੱਤੇ ਆਏ ਉਦੋਂ ਉਹਨਾਂ ਨੇ ਸਵਰਗ ਜਾਣ ਤੋਂ ਪਹਿਲਾਂ ਚੇਲਿਆਂ ਨੂੰ ਕਿਹਾ, ਇਸ ਲਈ ਤੁਸੀਂ ਜਾਓ, ਸਭ ਕੌਮਾਂ ਦੇ ਲੋਕਾਂ ਨੂੰ ਚੇਲਾ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਸਾਰੀਆਂ ਗੱਲਾਂ ਜੋ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਮੰਨਣਾ ਸਿਖਾਓ। ਇਹ ਇੱਕ ਬੇਨਤੀ ਸੀ ਜੋ 2000 ਸਾਲ ਪਹਿਲਾਂ ਯਿਸੂ ਨੇ ਉਹਨਾਂ ਤੋਂ ਕੀਤੀ। ਫਿਰ ਇਸ ਡੇਰਿਆਂ ਦੇ ਪਰਵ ਦੇ ਯੁੱਗ ਵਿੱਚ ਸਵਰਗੀ ਲੋਕਾਂ ਦਾ ਫਰਜ਼ ਕੀ ਹੈ ਜਿਨ੍ਹਾਂ ਨੂੰ ਡੇਰਿਆਂ ਦੇ ਪਰਵ ਦੀ ਭਵਿੱਖਬਾਣੀ ਨੂੰ ਪੂਰਾ ਕਰਨਾ ਹੈ। ਸ਼ਾਇਦ ਤੁਸੀਂ ਇਸ ਸਵਾਲ ਦਾ ਜਵਾਬ ਜਾਣਦੇ ਹੋ, ਭਾਵੇਂ ਮੈਂ ਤੁਹਾਨੂੰ ਇੱਕ ਲੰਮੀ ਵਿਆਖਿਆ ਨਾ ਦੇਵਾਂ। ਆਓ ਅਸੀਂ 2 ਤਿਮੋਥਿਉਸ ਦੀ ਪੁਸਤਕ ਅਧਿਆਇ 4 ਵਚਨ 1 ਨੂੰ ਦੇਖੀਏ। ਮੈਂ ਪਰਮੇਸ਼ਵਰ ਅਤੇ ਮਸੀਹ ਯਿਸੂ ਨੂੰ ਜਿਹੜਾ ਜਿਉਂਦਿਆਂ ਅਤੇ ਮੋਇਆਂ ਦਾ ਨਿਆਂ ਕਰੇਗਾ ਗਵਾਹ ਕਰਕੇ ਉਹਦੇ ਪ੍ਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਤੁਹਾਨੂੰ ਤਾਕੀਦ ਕਰਦਾ ਹਾਂ। ਪਰਮੇਸ਼ਰ ਸਾਨੂੰ ਕੀ ਕਰਨ ਲਈ ਕਹਿੰਦੇ ਹਨ ਕਿ ਭਾਈ ਤੂੰ ਬਚਨ ਦਾ ਪ੍ਰਚਾਰ ਕਰ, ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹੋ। 3500 ਸਾਲ ਪਹਿਲਾਂ ਮੂਸਾ ਨੇ ਲੋਕਾਂ ਨੂੰ ਸਿਰਫ ਪਰਮੇਸ਼ਰ ਦੇ ਪ੍ਰਤੀ ਆਗਿਆਕਾਰੀ ਰਹਿੰਦੇ ਹੋਏ ਮੰਦਿਰ ਦੀਆਂ ਸਮੱਗਰੀਆਂ ਇਕੱਠਾ ਕਰਨ ਦੀ ਪਰਮੇਸ਼ਰ ਦੀ ਇੱਛਾ ਦੱਸੀ। ਅੱਜ ਅਸੀਂ ਵੀ ਪਰਮੇਸ਼ਰ ਦੇ ਹੁਕਮਾਂ ਨੂੰ ਸੁਣ ਰਹੇ ਹਾਂ। ਭਾਈ ਤੂੰ ਬਚਨ ਦਾ ਪ੍ਰਚਾਰ ਕਰ, ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹੋ। ਅਸੀਂ ਪਰਮੇਸ਼ਰ ਦੀ ਆਵਾਜ਼ ਸੁਣ ਰਹੇ ਹਾਂ ਜਿਸ ਨੂੰ ਪਰਮੇਸ਼ਰ ਨੇ ਰਸੂਲ ਪੌਲਸ ਦੁਆਰਾ ਸਾਡੇ ਤੱਕ ਪਹੁੰਚਾਇਆ ਹੈ। ਪੂਰੀ ਧੀਰਜ ਅਤੇ ਸਿੱਖਿਆ ਨਾਲ ਝਿੜਕਦੇ, ਤਾੜਨਾ ਅਤੇ ਤਾਕੀਦ ਕਰ। ਵਚਨ 3 ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣੇ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ ਅਤੇ ਸੱਚਾਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਵੱਲ ਫਿਰਨਗੇ। ਪਰ ਤੂੰ ਸਭਨੀ ਗੱਲੀ ਸੁਚੇਤ ਰਹੀ, ਦੁੱਖ ਝੱਲੀ, ਪ੍ਰਚਾਰਕ ਦਾ ਕੰਮ ਕਰੀ, ਆਪਣੀ ਸੇਵਕਾਈ ਨੂੰ ਪੂਰਿਆ ਕਰੀ। ਸਵਰਗੀ ਲੋਕਾਂ ਲਈ ਇੱਕ ਪ੍ਰਚਾਰਕ ਦਾ ਕੰਮ ਕੀ ਹੈ? ਉਹ ਸਾਡਾ ਆਤਮਿਕ ਫਰਜ਼ ਹੈ। ਇਸ ਡੇਰਿਆਂ ਦੇ ਪਰਵ ਦੇ ਯੁੱਗ ਵਿੱਚ ਸਾਨੂੰ ਖੁਸ਼ਖਬਰੀ ਪ੍ਰਚਾਰਕ ਦੇ ਰੂਪ ਵਿੱਚ ਮਿਹਨਤ ਨਾਲ ਚੰਗੇ ਸਵਰਗੀ ਫਲਾਂ ਨੂੰ ਇਕੱਠਾ ਕਰਨ ਦੀ ਜ਼ਰੂਰਤ ਹੈ।
ਜੋ ਮੰਦਿਰ ਦੀਆਂ ਸਮੱਗਰੀਆਂ ਹਨ। ਹਾਲਾਂਕਿ ਬਾਈਬਲ ਕਹਿੰਦੀ ਹੈ ਕਿ ਜਿਨ੍ਹਾਂ ਦੇ ਮਨ ਪ੍ਰੇਰਿਤ ਨਹੀਂ ਹੋਏ ਉਹ ਕਦੇ ਵੀ ਇਸ ਕੰਮ ਵਿੱਚ ਸ਼ਾਮਿਲ ਨਹੀਂ ਹੋ ਸਕਦੇ। 결코 할 수 없는 일이라고 했어요. 6 ਲੱਖ ਇਜ਼ਰਾਈਲੀ ਆਦਮੀ ਮਿਸਰ ਤੋਂ ਬਾਹਰ ਨਿਕਲ ਆਏ ਅਤੇ ਕਨਾਨ ਦੀ ਧਰਤੀ ਵਿੱਚ ਪ੍ਰਵੇਸ਼ ਕੀਤਾ, ਜਿਸ ਵਿੱਚ ਦੁੱਧ ਅਤੇ ਸ਼ਹਿਦ ਦੀ ਧਾਰਾ ਵਗਦੀ ਸੀ। ਹਾਲਾਂਕਿ ਉਹਨਾਂ ਵਿੱਚੋਂ ਸਭ ਉਸ ਕੰਮ ਵਿੱਚ ਸ਼ਾਮਿਲ ਨਹੀਂ ਹੋਏ। ਮੰਦਿਰ ਦੀਆਂ ਸਮੱਗਰੀਆਂ ਉਹਨਾਂ ਲੋਕਾਂ ਦੁਆਰਾ ਇਕੱਠੀ ਕੀਤੀ ਗਈ ਜਿਨ੍ਹਾਂ ਦੇ ਮਨ ਪ੍ਰੇਰਿਤ ਹੋਏ ਸੀ 에 의해서 ਅਤੇ ਜੋ ਪਰਮੇਸ਼ਰ ਦੇ ਵਚਨ ਦਾ ਪਾਲਨ ਕਰਨ ਲਈ ਇੱਛੁਕ ਸੀ। 부사렐 같은 ਹਾਲੀਆਬ ਅਤੇ ਬਸਲੇਲ ਵਰਗੇ ਲੋਕਾਂ ਨੇ ਇਸ ਕੰਮ ਵਿੱਚ ਬਹੁਤ ਯੋਗਦਾਨ ਦਿੱਤਾ। 했던 ਬਾਈਬਲ ਵਿੱਚ 3500 ਸਾਲ ਪਹਿਲਾਂ ਹੋਏ ਇਸ ਕੰਮ ਦਾ ਵਿਸਤਾਰ ਨਾਲ ਵਰਣਨ ਕੀਤਾ ਗਿਆ ਹੈ। ਇਹਨਾਂ ਰਿਕਾਰਡਾਂ ਦੁਆਰਾ ਪਰਮੇਸ਼ਰ ਮਹਿਸੂਸ ਕਰਨ ਦਿੰਦੇ ਹਨ ਕਿ ਸਾਨੂੰ ਕਿਉਂ ਇਸ ਯੁੱਗ ਵਿੱਚ ਵੇਲੇ ਅਤੇ ਕੁਵੇਲੇ ਮਿਹਨਤ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ। 가운데 있습니다. ਪਰਮੇਸ਼ਰ ਨੇ ਇਹ ਵੀ ਕਿਹਾ ਹੈ ਕਿ ਖੁਸ਼ਖਬਰੀ ਪ੍ਰਚਾਰ ਦਾ ਕੰਮ ਕਰ ਅਤੇ ਆਪਣੀ ਸੇਵਾ ਨੂੰ ਪੂਰਾ ਕਰ। ਖੁਸ਼ਖਬਰੀ ਦਾ ਪ੍ਰਚਾਰ ਕਰਨਾ ਪਰਮੇਸ਼ਰ ਦੁਆਰਾ ਸਾਡੇ ਤੋਂ ਕੀਤੀ ਗਈ ਅੰਤਿਮ ਬੇਨਤੀ ਹੈ। ਇੱਥੋਂ ਤੱਕ ਕਿ ਜਦੋਂ ਸਾਡੇ ਤੋਂ ਕੋਈ ਸਹਾਇਤਾ ਮੰਗਦਾ ਹੈ ਫਿਰ ਅਸੀਂ ਉਸ ਤੋਂ ਮੂੰਹ ਨਹੀਂ ਮੋੜਦੇ ਅਤੇ ਅਸਵੀਕਾਰ ਨਹੀਂ ਕਰਦੇ, ਹੈ ਨਾ? ਫਿਰ ਪਰਮੇਸ਼ਰ ਦੁਆਰਾ ਸਾਨੂੰ ਬਚਾਉਣ ਲਈ ਕੀਤੀ ਗਈ ਇਸ ਬੇਨਤੀ ਤੋਂ ਸਾਨੂੰ ਮੂੰਹ ਨਹੀਂ ਮੋੜਨਾ ਚਾਹੀਦਾ। ਆਓ ਅਸੀਂ ਪਹਿਲਾ ਥੈਸਲੋਨੀਕੀਆਂ ਅਧਿਆਇ 2 ਵਿੱਚ ਹੋਰ ਵਚਨਾਂ ਨੂੰ ਦੇਖੀਏ। ਆਓ ਅਸੀਂ ਅਧਿਆਇ 2 ਵਚਨ 3 ਨਾਲ ਪੜ੍ਹਨਾ ਜਾਰੀ ਰੱਖੀਏ। ਸਾਡਾ ਉਪਦੇਸ਼ ਤਾਂ ਧੋਖੇ ਤੋਂ ਨਹੀਂ, ਨਾ ਸ਼ੁੱਧਤਾ ਤੋਂ, ਨਾ ਛਲ ਨਾਲ ਹੁੰਦਾ ਹੈ, 괴기에 있는 것도 아니라 ਪਰੰਤੂ ਜਿਵੇਂ ਅਸੀਂ ਪਰਮੇਸ਼ਰ ਵੱਲੋਂ ਪ੍ਰਵਾਨ ਹੋਏ ਹਾਂ, ਜੋ ਅੰਜੀਲ ਸਾਨੂੰ ਸੌਂਪੀ ਜਾਵੇ ਤਿਵੇਂ ਅਸੀਂ ਬੋਲਦੇ ਹਾਂ। ਇਹੋ ਨਹੀਂ ਭਾਈ ਅਸੀਂ ਮਨੁੱਖਾਂ ਨੂੰ ਰਜਾਉਂਦੇ ਹਾਂ, ਸਗੋਂ ਪਰਮੇਸ਼ਰ ਨੂੰ 오직 우리 ਜਿਹੜਾ ਸਾਡੇ ਮਨਾਂ ਨੂੰ ਪਰਤਾਉਂਦਾ ਹੈ। 기쁘시게 하려 함이라고 했습니다. ਪਰਮੇਸ਼ਰ ਨੇ ਸਾਨੂੰ ਖੁਸ਼ਖਬਰੀ ਪ੍ਰਚਾਰ ਕਰਨ ਲਈ ਕਿੰਨੀ ਦੂਰ ਤੱਕ ਜਾਣ ਲਈ ਕਿਹਾ ਹੈ। ਇਸ ਖੁਸ਼ਖਬਰੀ ਦਾ ਪ੍ਰਚਾਰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤਿੱਕਰ ਕਰੋ। 전하라고 하시는 것이 하나님의 부탁이셨습니다. ਪਰਮੇਸ਼ਰ ਦੀ ਇਹ ਬੇਨਤੀ ਕੁਝ ਅਜਿਹੀ ਨਹੀਂ ਹੈ ਜੋ ਸਾਡੀ ਯੋਗਤਾ ਤੋਂ ਬਾਹਰ ਹੋਵੇ। 부탁을 하기 ਜਦੋਂ ਅਸੀਂ ਬੇਨਤੀ ਕਰਦੇ ਹਾਂ ਉਦੋਂ ਅਸੀਂ ਅਜਿਹਾ ਕੁਝ ਨਹੀਂ ਮੰਗਦੇ ਜੋ ਅਨੁਚਿਤ ਹੋਵੇ, ਕਿਉਂਕਿ ਪਰਮੇਸ਼ਰ ਨੇ ਸਾਨੂੰ ਕਿਹਾ ਸੰਸਾਰ ਦੇ ਲੋਕਾਂ ਨੂੰ ਇਸ ਖੁਸ਼ਖਬਰੀ ਦਾ ਪ੍ਰਚਾਰ ਕਰੋ। 알리라. ਸਾਨੂੰ 부탁을 주시 ਜਿਨ੍ਹਾਂ ਨੂੰ ਇਹ ਕੰਮ ਕਰਨ ਲਈ ਕਿਹਾ ਗਿਆ ਹੈ 우리는 ਸਭ ਲੋਕਾਂ ਕੋਲ ਜਾ ਕੇ ਉਹਨਾਂ ਨੂੰ 나가고 있고 ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦੇ ਰਹੇ ਹਾਂ। ਅਸੀਂ ਉਹਨਾਂ ਨੂੰ ਪਰਮੇਸ਼ਰ ਦੀ ਇੱਛਾ ਜਾਣਨ ਦਿੰਦੇ ਹਾਂ ਤਾਂ ਜੋ ਉਹ ਨਵੇਂ ਨੇਮ ਦੀਆਂ ਸਾਰੀਆਂ ਸੱਚਾਈਆਂ ਜਿਸ ਦਾ ਪਰਮੇਸ਼ਰ ਨੇ ਸਾਨੂੰ ਹੁਕਮ ਦਿੱਤਾ ਹੈ ਮੰਨ ਸਕਣ ਅਤੇ ਪਾਲਨ ਕਰ ਸਕਣ। ਸਾਡੇ ਆਲੇ ਦੁਆਲੇ ਹੁਣ ਵੀ ਅਜਿਹੇ ਲੋਕ ਹਨ ਜਿਨ੍ਹਾਂ ਨੇ ਇਸ ਖੁਸ਼ਖਬਰੀ ਮਤਲਬ ਚੰਗੀ ਖਬਰ ਨੂੰ ਹੁਣ ਤੱਕ ਨਹੀਂ ਸੁਣਿਆ ਹੈ। ਆਓ ਅਸੀਂ ਇਸ ਡੇਰਿਆਂ ਦੇ ਪਰਵ ਦੇ ਦੁਆਰਾ ਉਹਨਾਂ ਨੂੰ ਪ੍ਰਚਾਰ ਕਰੀਏ। ਸਾਨੂੰ ਇਸ ਡੇਰਿਆਂ ਦੇ ਪਰਵ ਨੂੰ ਬਿਨਾਂ ਸਾਡੇ ਮਨਾਂ ਨੂੰ ਬਦਲੇ ਜਾਂ ਪਰਮੇਸ਼ਰ ਦੇ ਵਚਨਾਂ ਅਨੁਸਾਰ ਕੰਮ ਕਰਨ ਦੀ ਇੱਛਾ ਤੋਂ ਬਗੈਰ ਨਹੀਂ ਮਨਾਉਣਾ ਚਾਹੀਦਾ। ਇਸ ਦੇ ਬਜਾਏ ਡੇਰਿਆਂ ਦੇ ਇਸ ਪਰਵ ਦੇ ਦੁਆਰਾ ਅਤੇ ਇਸ ਸਾਲ ਵਿੱਚ ਬਚੇ ਹੋਏ ਦਿਨਾਂ ਵਿੱਚ ਆਓ ਅਸੀਂ ਆਪਣੇ ਸਾਰੇ ਮਨ, ਬੁੱਧ ਅਤੇ ਜਾਨ ਨੂੰ ਬਹੁਤ ਸਾਰੇ ਫਲਾਂ ਨੂੰ ਪੈਦਾ ਕਰਕੇ ਅਤੇ ਚੰਗੇ ਫਲਾਂ ਦੀ ਸਵਰਗ ਵੱਲ ਅਗਵਾਈ ਕਰਨ ਦੇ ਕੰਮ ਵਿੱਚ ਲਗਾਤਾਰ ਪਰਮੇਸ਼ਰ ਨੂੰ ਖੁਸ਼ ਕਰੀਏ। ਇਸ ਦੇ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਮੈਂ ਆਸ ਕਰਦਾ ਹਾਂ ਕਿ ਸਿਓਨ ਪਰਿਵਾਰ ਦੇ ਸਭ ਮੈਂਬਰ ਇਸ ਪਰਵ ਦੇ ਦੁਆਰਾ ਜ਼ਿਆਦਾ ਆਸ਼ੀਸ਼ ਪ੍ਰਾਪਤ ਕਰਨਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।